ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋੜ ਧਰੋਂ ਚਰਨਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਵਾਹਿਗੁਰੂ ਗੁਰੂ ਨਾਨਕ ਸਾਹਿਬ। ਸੇਵਕ ਸਰਨ ਗਹੀ ਦਰਬਾਰੀ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਏ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ 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 ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ 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 ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ। ਓ ਬਲ ਬਲ ਜਾਵਾਂ, ਬਲ ਬਲ ਜਾਵਾਂ ਜੀ। ਬਲ ਬਲ ਜਾਵਾਂ, ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ। ਬਲ ਬਲ ਜਾਵਾਂ, ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਜੀ ਮੈਂ
बल बल जावा ऐसिया गुरां तो जी मैं बल बल जावा। बलिहारी गुर अपने देवहारी साधवार जिन मानस ते देवत किए हरत न लागी वार। नारायण नरपत नमस्कार ऐसे गुर को बल बल जाइए आप मुक्त मोहिता। जे सो चंदा योग वहे सूरज चढ़े हजार एते चानन होंदे आ गुर को रोयकार। गुर बिन घोर अंधार गुर बिन समझ न आवे गुर बिन सुरत न सिद्ध गुर बिन मुक्त न पावे। भाई रे गुर बिन ज्ञान न होए उस हो ब्रह्म नारद वेद व्यास कोए। ऐसे गुरां तो जी मैं बल बल जावां ऐसे गुरां तो जी मैं बल बल जावां। ऐसे गुरां तो जी मैं बल बल जावा ऐसे गुरां तो जी मैं बल बल ऐसे गुरां तो जी मैं बल बल जावा ऐसे गुरां तो जी मैं बल बल जावा। ऐसे गुरां तो जी मैं बल बल जावां ऐसे गुरां तो जी मैं बल बल जावां। ओ ऐसे गुरां तो जी मैं बल बल जावां ऐसे गुरां तो जी मैं बल बल ऐसे गुरां तो जी मैं बल बल जावा ऐसे गुरां तो जी मैं बल बल जावा। बल बल जावां बल बल जावां बल बल जावां बल बल जावां जी बल बल जावा बल जावा जी बल बल जावा बल बल जावा ओ बल बल जावा बल बल जावा जी बल बल जावा बल बल जावा बल बल जावां बल बल जावां बल बल जावां बल बल जावां बल बल जावा बल बल जावा बल बल जावा
ਜਾਵਾਂ ਬਲ ਬਲ ਜਾਵਾਂ ਬਲ ਬਲ ਜਾਵਾਂ ਬਲ ਬਲ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਬਲਿਹਾਰੀ ਗੁਰ ਆਪਣੇ ਜਾਣੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਨਾ ਲਾਗੀ ਵਾਰ ਪਰਮ ਸਤਿਕਾਰਯੋਗ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਰਬੱਤ ਹੀ ਮਾਈ ਭਾਈ ਕਾਫੀ ਸਮੇਂ ਤੋਂ ਆਪ ਜੀ ਕਥਾ ਕੀਰਤਨ ਸਰਵਣ ਕਰ ਰਹੇ ਹੋ। ਆਪਣੇ ਸਾਰਿਆਂ ਦੇ ਵੱਡੇ ਭਾਗ ਨੇ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਕਿਰਪਾ ਰਹਿਮਤ ਸਾਡੇ ਸਭਨਾਂ ਉੱਪਰ ਕੀਤੀ ਹੈ। ਸਾਧ ਸੰਗਤ ਜੀ ਆਪਾਂ ਸਾਰੇ ਹੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ੀ ਹੋਏ ਫਤਿਹ ਦੁਹਰਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਮਹਾਰਾਜ ਜੀ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵਹਿ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਘੜੀਆਂ ਸਤ ਸੰਗਤ ਦੀਆਂ ਪ੍ਰਾਪਤ ਹੁੰਦੀਆਂ ਨੇ। ਦਾਸ ਤੋਂ ਪਹਿਲਾਂ ਸਤਿਕਾਰਯੋਗ ਮਹਾਂਪੁਰਖ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ। ਭਾਵੇਂ ਇਹ ਜਿਹੜਾ ਸਮਾਗਮ ਰੱਖਿਆ ਗਿਆ ਹੈ ਇਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਪੂਰਨਤਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਮਾਗਮ ਹੈ, ਪਰ ਬਹੁਤ ਬੁਲਾਰਿਆਂ ਨੇ ਦਾਸ ਵੀ ਕੱਲ ਲਾਈਵ ਸੁਣ ਰਿਹਾ ਸੀ। ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਵੀ ਇਹ ਆਪ ਜੀ ਨੂੰ ਕੱਲ ਸੁਣਾਇਆ। ਆਪ ਜੀ ਨੇ ਸਰਵਣ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਕਿਉਂ ਮਿਲੀ, ਤੇ ਗੁਰਬਾਣੀ ਦਾ ਜ਼ਿਕਰ ਚੱਲਦਾ ਸੀ। ਜਿੱਥੇ ਸੰਤਾਂ ਭਗਤਾਂ ਦੀ ਗੁਰਬਾਣੀ ਹੈ, ਗੁਰੂ ਸਾਹਿਬਾਨਾਂ ਦੀ ਗੁਰਬਾਣੀ ਹੈ, ਉਹਦੀ ਬਾਬਤ ਆਪ ਜੀ ਨੇ ਕੱਲ ਸਰਵਣ ਕੀਤਾ। ਪਰ ਸਾਧ ਸੰਗਤ ਜੀ ਦੇਖਿਆ ਜਾਵੇ ਇਹ ਮਾਲਵੇ ਦੀ ਧਰਤੀ, ਜਿਸ ਧਰਤੀ ਨੂੰ ਕਿਸੇ ਸਮੇਂ ਇਹਨੂੰ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ। ਜੰਗਲ ਬੀਆਬਾਨ ਇਹ ਸਾਡੇ ਇਲਾਕੇ ਦੇ ਵਿੱਚ, ਤੇ ਮਾਰੂਥਲ ਦੀ ਧਰਤੀ ਜਿਵੇਂ ਆਪਾਂ ਰਾਜਸਥਾਨ ਦੇ ਵਿੱਚ ਜਾਂਦੇ ਹਾਂ ਨਾ, ਬੀਕਾਨੇਰ ਦੇ ਇਲਾਕੇ ਦੇ ਵਿੱਚ ਸੂਰਤਗੜ੍ਹ ਤੋਂ ਉੱਪਰਲੇ ਪਾਸੇ ਜਾਈਏ ਜਿੱਥੇ ਕੇਵਲ ਤੇ ਕੇਵਲ ਟਿੱਬੀ ਨਜ਼ਰ ਆਉਂਦੇ ਨੇ, ਇਹ ਹਾਲਾਤ ਸਾਡੇ ਸੀ ਜਿੱਥੇ ਫਸਲ ਨਹੀਂ ਹੁੰਦੀ ਸੀ। ਪਰ ਸਾਧ ਸੰਗਤ ਜੀ ਇਹ ਦਾਤਾਂ ਕਿਹਨੇ ਦਿੱਤੀਆਂ? ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ। ਦੇਖਿਆ ਜਾਵੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹ ਮਾਲਵੇ ਨੂੰ ਤਾਰਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਚਰਨ ਪਾਏ। ਉਪਰੰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਾਲਵੇ ਨੂੰ ਤਾਰਿਆ। ਉੱਥੇ 7ਵੇਂ ਪਾਤਸ਼ਾਹ ਮਹਾਰਾਜ ਦਾ ਜ਼ਿਕਰ ਆਉਂਦਾ ਹੈ, ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਇਹ ਮਾਲਵੇ ਨੂੰ ਕਿੰਨੇ ਵਰ ਦਿੱਤੇ। ਲੱਖੀ ਜੰਗਲ ਦੀ ਧਰਤੀ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਆਹ ਮਾਲਵਾ ਮੇਰਾ ਆਪਣਾ ਘਰ ਹੈ। ਤੇ ਸਾਧ ਸੰਗਤ ਇਹ ਮਾਲਵੇ ਨੂੰ ਘਰ ਬਣਾਇਆ ਹੋਵੇ,
ਅਸੀਂ ਧੰਨ ਕਲਗੀਧਰ ਸੱਚੇ ਪਾਤਸ਼ਾਹ ਦੀ ਸਿੱਖੀ ਤੋਂ ਮੁਨਕਰ ਹੋਈਏ, ਇਦੋਂ ਫਿਰ ਬਦਕਿਸਮਤੀ ਕੀ ਹੋ ਸਕਦੀ ਹੈ। ਤੇ ਸਾਧ ਸੰਗਤ, ਧੰਨ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਕਿਸੇ ਸਮੇਂ ਉਹ ਧਰਤੀ ਹੈ ਜਿੱਥੇ ਮਹਾਰਾਜ ਨੇ ਕਿੰਨੇ ਵਰ ਦਿੱਤੇ। ਜੇ ਜ਼ਿਕਰ ਕਰੀਏ ਨਾ, ਧੰਨ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਜਦ ਆਨੰਦਪੁਰ ਸਾਹਿਬ ਤਿਆਗ ਦਿੱਤਾ, ਉਸ ਤੋਂ ਬਾਅਦ ਪਰਿਵਾਰ 3 ਜਗ੍ਹਾ ਵੰਡਿਆ ਗਿਆ ਸਤਿਗੁਰੂ ਜੀ ਦਾ। ਧੰਨ ਕਲਗੀਧਰ ਮਹਾਰਾਜ ਜੀ, ਜਿਨ੍ਹਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਨੇ ਇੱਕ ਪਾਸੇ ਨੂੰ ਹੋ ਤੁਰੇ ਨੇ ਰੋਪੜ ਵਾਲੀ ਸਾਈਡ, ਤੇ ਦੂਸਰੇ ਪਾਸੇ ਧੰਨ ਮਾਤਾ ਸਾਹਿਬ ਜੀ, ਧੰਨ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਨੇ, ਤੇ ਤੀਸਰੀ ਤਰਫ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਇਹਨਾਂ ਦੇ ਨਾਲ ਮਾਤਾ ਸਾਹਿਬ ਦੇਵਾ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਇੱਕ ਤਰਫ ਚਲੇ ਜਾਂਦੇ ਨੇ। ਪਤਾ ਕੋਈ ਨਹੀਂ ਕਿੱਧਰ ਨੂੰ ਜਾਣਾ ਹੈ। ਤੇ ਸਾਧ ਸੰਗਤ ਜੀ, ਤਕਰੀਬਨ 10-15 ਮਿੰਟ ਦਾ ਸਮਾਂ ਬਚਦਾ ਆਪਣੇ ਕੋਲੇ। ਆਪਾਂ ਵਿਚਾਰ ਕਰੀਏ, ਸਤਿਗੁਰੂ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਸਾਨੂੰ। ਆ ਸਰਦਾਰੀਆਂ ਜਿਹੜੀਆਂ ਅਸੀਂ ਭੋਗਦੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਸਰਦਾਰ ਹਾਂ, ਸਾਨੂੰ ਕਿੰਨੇ ਸੁੱਖ ਮਿਲੇ। ਇਹ ਕਿਰਪਾ ਕਿਹਦੀ ਹੈ? ਧੰਨ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਦੀ। ਸਾਧ ਸੰਗਤ ਜੀ, ਪੁਰਾਤਨ ਸਮੇਂ ਦੇ ਵਿੱਚ ਧਾਰਨਾ ਪੜ੍ਹਿਆ ਕਰਦੇ, ਆਪਾਂ ਵੀ ਰਸਨਾ ਪਵਿੱਤਰ ਕਰੀਏ। ਜੀ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ। ਉਹ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, 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 ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ। ਉਹ ਕਦਰਾਂ ਨਾ ਪਾਈਆਂ ਸਿੱਖਾਂ, ਕਦਰਾਂ ਨਾ ਪਾਈਆਂ ਸਿੱਖਾਂ, ਕਦਰਾਂ ਨਾ ਪਾਈਆਂ, ਕਦਰਾਂ ਨਾ ਪਾਈਆਂ ਸਿੱਖਾਂ, 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 ਕਦਰਾਂ ਨਾ ਪਾਈਆਂ ਸਿੱਖਾਂ। ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ। ਤੇ ਮਹਾਰਾਜ ਨੇ ਸਰਦਾਰੀਆਂ ਦਿੱਤੀਆਂ। ਦੇਸ ਕੌਮ ਧਰਮ ਦੇ ਉੱਤੋਂ ਦੀ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਦੇ 22 ਮੈਂਬਰ ਕੁਰਬਾਨ ਕਰ ਦਿੱਤੇ। ਸਾਧ ਸੰਗਤ ਜੀ,
ਸਾਨੂੰ ਸੁਖ ਦੇਣ ਵਾਸਤੇ, ਸਾਡੇ ਗਲ ਦੇ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਆਪਣੇ ਪੁੱਤਾਂ ਤੱਕ ਕੁਰਬਾਨ ਕਰ ਦਿੱਤਾ, ਮਾਤਾ ਪਿਤਾ ਕੁਰਬਾਨ ਕਰ ਦਿੱਤੇ, ਭੂਆ ਦੇ ਪੁੱਤਰ ਕੁਰਬਾਨ ਕਰ ਦਿੱਤੇ। ਤੇ ਸਾਧ ਸੰਗਤ ਜੀ ਜਦ ਪਰਿਵਾਰ ਵਿਛੜ ਗਿਆ, ਧੰਨ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾ ਕੌਰ ਜੀ ਦਿੱਲੀ ਚਲੇ ਜਾਂਦੇ ਨੇ। ਦਿੱਲੀ ਸਾਧ ਸੰਗਤ ਜੀ ਜਦ ਉੱਥੇ ਰਹਿੰਦੇ ਨੇ, ਉੱਥੇ ਫਿਰ ਇੱਕ ਪਰਿਵਾਰ ਹੈ, ਭਾਵੇਂ ਗੁਰੂ ਘਰ ਦੇ ਵਿੱਚ ਜਾਤ ਪਾਤ ਕੋਈ ਨਹੀਂ, ਮਹਾਰਾਜ ਨੇ ਖੰਡਨ ਕੀਤਾ ਹੈ, ਪਰ ਸਾਧ ਸੰਗਤ ਜੀ ਇੱਕ ਪਰਿਵਾਰ ਦਾ ਬੜਾ ਸੁੰਦਰ ਲੜਕਾ ਹੈ, ਜਿਹਦਾ ਚੇਨ ਚੱਕਰ ਧੰਨ ਬਾਬਾ ਅਜੀਤ ਸਿੰਘ ਸਾਹਿਬ ਦੇ ਨਾਲ ਮਿਲਦਾ ਜੁਲਦਾ ਹੈ। ਤੇ ਮਾਤਾ ਸੁੰਦਰ ਕੌਰ ਜੀ ਫਿਰ ਉਸ ਬੱਚੇ ਦੇ ਨਾਲ ਬੜਾ ਪ੍ਰੇਮ ਕਰਦੇ ਨੇ। ਤੇ ਸਾਧ ਸੰਗਤ ਕਈ ਵਾਰੀ ਮਾਤਾ ਸਾਹਿਬ ਜੀ ਨੇ ਬਚਨ ਕਰਨਾ, ਇਹਦੇ ਵਿੱਚ ਦੀ ਮੇਰਾ ਅਜੀਤ ਸਿੰਘ ਨਜ਼ਰ ਆਉਂਦਾ ਹੈ। ਤੇ ਸਾਧ ਸੰਗਤ ਇੱਧਰ ਹੌਲੀ ਹੌਲੀ ਪਤਾ ਲੱਗਿਆ, ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਲਵੇ ਦੀ ਧਰਤੀ ਦੇ ਵਿੱਚ ਸੰਗਤਾਂ ਨੂੰ ਤਾਰਦੇ ਨੇ। ਦਿੱਲੀ ਪਤਾ ਲੱਗਿਆ ਸਤਿਗੁਰੂ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਹੈ। ਧੰਨ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾ ਕੌਰ ਜੀ, ਭਾਈ ਸਾਹਿਬ ਭਾਈ ਮਣੀ ਸਿੰਘ ਜੀ, ਭਾਈ ਜਵਾਹਰ ਸਿੰਘ ਵਰਗੇ ਗੁਰਸਿੱਖ ਕਿੱਥੇ ਪਹੁੰਚ ਜਾਂਦੇ ਆ, ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ। ਸਾਧ ਸੰਗਤ ਜਦ ਮਹਾਰਾਜ ਜੀ ਦੀਵਾਨ ਸਜਿਆ ਹੋਇਆ, ਮਾਤਾ ਜੀ ਪਹੁੰਚ ਜਾਂਦੇ ਨੇ ਦੀਵਾਨ ਦੇ ਅੰਦਰ, ਉੱਥੇ ਸਾਰੀ ਸੰਗਤ ਬੈਠੀ ਹੈ। ਜਦ ਸੰਗਤ ਬੈਠੇ, ਸਾਧ ਸੰਗਤ ਜੀ ਮਾਵਾਂ ਨੂੰ ਜੇ ਸਭ ਤੋਂ ਵੱਧ ਪਿਆਰੇ ਹੁੰਦੇ ਨੇ, ਉਹ ਹੁੰਦੇ ਨੇ ਪੁੱਤਰ। ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ। ਨਮਸਕਾਰ ਕਰਨ ਤੋਂ ਬਾਅਦ ਧੰਨ ਮਾਤਾ ਸੁੰਦਰ ਕੌਰ ਜੀ ਵਚਨ ਕਰਦੇ ਨੇ, ਮਹਾਰਾਜ ਜੀ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ। ਉਸ ਸਮੇਂ ਸਾਧ ਸੰਗਤ ਜੀ ਫਿਰ ਪੁਰਾਤਨ ਸਮੇਂ ਦੇ ਵਿੱਚ ਧਾਰਨਾ ਮਹਾਂਪੁਰਖ ਕਰਨੀ ਕਮਾਈ ਵਾਲੇ ਪੜ੍ਹਦੇ। ਅੱਜ ਤਾਂ ਸਮਾਂ ਹੀ ਬਦਲ ਗਿਆ, ਧਾਰਨਾ ਵੀ ਬਦਲ ਗਈਆਂ, ਕੀਰਤਨ ਵੀ ਬਦਲ ਗਿਆ, ਸਭ ਸਿਸਟਮ ਹੀ ਬਦਲ ਗਿਆ, ਸਰਦਾ ਭਾਵਨਾ ਵੀ ਖਤਮ ਹੋ ਗਈ। ਪੁਰਾਣੇ ਸਮੇਂ ਦੇ ਵਿੱਚ ਮਹਾਂਪੁਰਖ ਪੜ੍ਹਿਆ ਕਰਦੇ, ਜੀ ਸਭ ਸੰਗਤ ਬੈਠੀ ਐ, ਚਾਰੇ ਲਾਲ ਨਜ਼ਰ ਨਹੀਂ ਆਉਂਦੇ। ਸੰਗਤ ਬੈਠੀ ਐ, ਚਾਰੇ ਲਾਲ ਨਜ਼ਰ ਨਹੀਂ ਆਉਂਦੇ। ਉਹ ਸਭ ਸੰਗਤ ਬੈਠੀ ਐ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਸਭ ਸੰਗਤ ਬੈਠੀ ਐ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਸਭ ਸੰਗਤ ਬੈਠੀ ਐ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਸਭ ਸੰਗਤ ਬੈਠੀ ਐ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਸਭ ਸੰਗਤ ਬੈਠੀ ਐ, ਚਾਰੇ ਲਾਲ ਨਜ਼ਰ ਨਹੀਂ ਆਉਂਦੇ। ਸੰਗਤ ਬੈਠੀ ਐ, ਚਾਰੇ ਲਾਲ ਨਜ਼ਰ ਨਹੀਂ ਆਉਂਦੇ। ਉਹ ਸਭ ਸੰਗਤ ਬੈਠੀ ਐ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਸਭ ਸੰਗਤ ਬੈਠੀ ਐ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਸਭ ਬੀਬੀਆਂ ਬੋਲੋ ਭਾਈ ਗੱਜ ਵੱਜ ਕੇ, ਸਾਡੇ ਲਾਲ ਨਜ਼ਰ ਨਹੀਂ। ਸਭ ਸੰਗਤ ਜਦ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਨੂੰ ਇਹ ਬਚਨ ਕਹੇ, ਸਾਰੀ ਸੰਗਤ ਦੇ ਵਿੱਚ ਸਨਾਟਾ ਛਾ ਗਿਆ। ਮਹਾਰਾਜ 10ਵੇਂ ਪਾਤਸ਼ਾਹ ਚੁੱਪ ਹੋ ਗਏ। ਜਿੰਨੀ ਸੰਗਤ ਬੈਠੀ ਆ, ਸਾਰਿਆਂ ਦੇ ਨੇਤਰਾਂ ਚੋਂ ਜਲ ਵਗਦਾ ਹੈ। ਧੰਨ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਫਿਰ ਵਚਨ ਕੀਤੇ। ਕੀ ਵਚਨ ਕੀਤੇ? ਕਹਿਣ
ਲੱਗੇ ਚਾਰੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀਆਂ ਪਾ ਗਏ। 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਇਹਨਾਂ ਨੂੰ ਜ਼ਾਲਮ ਵਜੀਦ ਖਾਨ ਨੇ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾ ਕੇ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ। ਤੇ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ, ਆ ਜਿਹੜੀ ਸੰਗਤ ਹੈ, ਪੁੱਤਰ ਤੇ ਧੀ ਬੈਠੇ ਨੇ, ਜਿੰਨੇ ਵੀ ਆ ਬੀਬੀਆਂ ਬੈਠੀਆਂ, ਆ ਗੁਰਸਿੱਖ ਬੈਠੇ ਨੇ, ਇਹ ਮੇਰਾ ਨਾਦੀ ਪੁੱਤਰ। ਮਾਤਾ ਸਾਹਿਬ ਦੇਵਾ ਜੀਆਂ ਨੂੰ ਕਹਿਣ ਲੱਗੇ, ਖਾਲਸਾ ਪੰਥ ਤੁਹਾਡੀ ਝੋਲੀ ਪਾਇਆ ਸੀ, ਆ ਤੁਹਾਡੇ ਸਿੱਖ ਨੇ ਜਿਹੜੇ, ਇਹ ਤੁਹਾਡੇ ਪੁੱਤਰ ਨੇ। ਮਹਾਰਾਜ ਨੇ ਸਾਨੂੰ ਪੁੱਤਰ ਬਣਾਇਆ, ਅੱਜ ਪੁੱਤਰਾਂ ਦਾ ਹਾਲ ਦੇਖੀਏ। ਦਾੜੀ ਕੇ ਸਾਡੇ ਨਹੀਂ ਰਹੇ, ਸਿੱਖੀ ਤੋਂ ਅਸੀਂ ਦੂਰ ਚਲੇ ਗਏ। ਪਰ ਧੰਨ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਕੀ ਸੋਚਦੇ ਹੋਣੇ ਆ, ਕਦੇ ਸੋਚਿਆ? ਧੰਨ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਫਿਰ ਆਹ ਵਚਨ ਕਰਦੇ ਨੇ, ਇਹਨਾਂ ਪੁੱਤਰਾਂ ਤੋਂ ਮੈਂ ਤਾਂ ਚਾਰੇ ਲਾਲ ਵਾਰਤੇ, 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 ਇਹਨਾਂ ਪੁੱਤਰਾਂ ਤੋਂ ਮੈਂ ਤਾਂ ਚਾਰੇ, ਇਹਨਾਂ ਪੁੱਤਰਾਂ ਤੋਂ ਮੈਂ ਤਾਂ ਚਾਰੇ ਲਾਲ ਵਾਰਤੇ, ਇਹਨਾਂ ਪੁੱਤਰਾਂ ਤੋਂ ਮੈਂ ਤਾਂ ਚਾਰੇ ਲਾਲ ਵਾਰਤੇ। ਸਤਿਗੁਰੂ ਜੀ ਕਹਿੰਦੇ ਆ, ਖਾਲਸੇ ਪੰਥ ਦੇ ਉੱਤੋਂ ਦੀ ਮੈਂ ਸਭ ਕੁਝ ਕੁਰਬਾਨ ਕਰ ਦਿੱਤਾ, ਨਸਾਵਰ ਕਰ ਦਿੱਤਾ। ਤੇ ਸਾਧ ਸੰਗਤ ਮਹਾਰਾਜ ਨੇ ਫਿਰ ਕੀ ਵਚਨ ਕੀਤੇ, ਚਾਰ ਮੂਏ ਤੋਂ ਕਿਆ ਹੁਆ, ਜਿਹ ਜੀਵਤ ਕਈ ਹਜ਼ਾਰ, ਸਾਨੂੰ ਆਪਣਾ ਪੁੱਤਰ ਬਣਾਇਆ। ਧੰਨ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਸਰਦਾਰੀਆਂ ਸਾਨੂੰ ਤਾਂ ਦਿੱਤੀਆਂ, ਇਹ ਮਾਲਵੇ ਦੀ ਧਰਤੀ ਨੂੰ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਕਿੰਨੇ ਵਰ ਦਿੱਤੇ। ਭਾਈ ਡੱਲ ਸਿੰਘ ਨੂੰ ਕਹਿੰਦੇ ਨੇ, ਦੇਖ ਡੱਲਿਆ, ਆ ਮਾਲਵਾ ਮਾਲੋ ਮਾਲ ਹੈ। ਮਹਾਰਾਜ ਇਹ ਮਾਲਵੇ ਦੇ ਵਿੱਚ ਤਾਂ ਕੁਝ ਨਹੀਂ ਹੁੰਦਾ, ਜੇ ਕਿਤੇ ਬਰਸਾਤ ਪੈ ਜੇ ਇੱਕ ਫਸਲ ਹੁੰਦੀ ਆ ਸਾਲ ਵਿੱਚ ਦੀ। ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਫੇਰ ਵਚਨ ਕਰਦੇ ਨੇ, ਡੱਲਿਆ ਦੇਖ ਕਿੰਨੇ ਬਾਗ, ਮਹਾਰਾਜ ਜੀ ਬਾਗ ਕਿੱਥੇ? ਇਹ ਤਾਂ ਸਾਹਮਣੇ ਅੱਕ ਨਜ਼ਰ ਆਉਂਦੇ ਨੇ, ਅੱਕਾਂ ਨੂੰ ਕੁਕੜੀਆਂ ਲੱਗੀਆਂ ਹੋਈਆਂ। ਤੇ ਮਹਾਰਾਜ ਫੇਰ ਵਚਨ ਕਰਦੇ ਨੇ, ਦੇਖ ਕਿੰਨੀਆਂ ਨਹਿਰਾਂ, ਮਹਾਰਾਜ ਨਹਿਰਾਂ ਕਿੱਥੇ? ਇੱਥੇ ਤਾਂ ਪਾਣੀ ਕਿਤੇ ਨਜ਼ਰ ਨਹੀਂ ਆਉਂਦਾ, ਟਿੱਬੇ ਟਿੱਬੇ ਨਜ਼ਰ ਆਉਂਦੇ ਨੇ। ਪਰ ਮਹਾਰਾਜ ਕਹਿੰਦੇ, ਜੇ ਕਿਤੇ ਸਤ ਵਚਨ ਕਹਿ ਦਿੰਦਾ ਅੱਜ ਸਭ ਕੁਝ ਵਰਤ ਜਾਣਾ ਸੀ। ਪਰ ਮਹਾਰਾਜ ਜੀ ਕਹਿਣ ਲੱਗੇ, ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਫਿਰ ਆਉਣ ਵਾਲੇ ਸਮੇਂ 'ਚ ਮਾਲੋ ਮਾਲ ਮਾਲਵਾ ਹੋਏਗਾ। ਅੱਜ ਮਾਲੋ ਮਾਲ ਕਰਨ ਵਾਲੇ ਮਾਲਵੇ ਨੂੰ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਹ ਵਚਨ ਕੀਤੇ ਸੀ, ਸਾਰੇ ਹੀ ਰਸਨਾ ਨੂੰ ਪਵਿੱਤਰ ਕਰੋ। ਦੇਖ ਡੱਲਿਆ
ਮਾਲੋ ਮਾਲ ਮਾਲਵਾ ਦੇਖ ਡਲਿਆ ਵਈ ਮਾਲੋ ਮਾਲ ਮਾਲਵਾ ਦੇਖ ਡਲਿਆ ਮਾਲੋ ਮਾਲ ਮਾਲਵਾ ਦੇਖ ਡਲਿਆ ਮਾਲੋ ਮਾਲ ਦੇਖ ਡਲਿਆ ਮਾਲੋ ਮਾਲ ਮਾਲਵਾ ਦੇਖ ਡਲਿਆ ਮਾਲੋ ਮਾਲ ਮਾਲਵਾ। ਸਤਿਗੁਰੂ ਜੀ ਕਹਿੰਦੇ ਦੇਖ ਮਾਲੋ ਮਾਲ ਮਾਲਵਾ। ਅੱਜ ਸਾਧ ਸੰਗਤ ਮਹਾਰਾਜ ਦੇ ਬਚਨ ਨੇ ਸਾਨੂੰ ਮਾਲੋ ਮਾਲ ਕਰ ਗਏ ਨੇ। ਪਰ ਸਾਧ ਸੰਗਤ ਜੀ ਅਸੀਂ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਹਾਂ। ਸਤਿਗੁਰੂ ਜੀ ਕਿਰਪਾ ਕਰਨ। ਸਾਧ ਸੰਗਤ ਜੀ ਭਾਵੇਂ ਇਹ ਗੁਰਮਤਿ ਸਮਾਗਮ ਸਾਡੀ ਬੇਟੀ ਬੀਬੀ ਰਣਪ੍ਰੀਤ ਕੌਰ ਨੇ ਕਰਵਾਇਆ ਹੈ, ਪਰ ਦੇਖਿਆ ਜਾਵੇ ਇਸ ਨਗਰ ਦੇ ਵਿੱਚ ਜਿੱਥੇ ਇਹ ਗੁਰਮਤਿ ਸਮਾਗਮ ਹੋਇਆ ਕਿੰਨੇ ਜਥੇ ਆਏ, ਸਤਿਕਾਰਯੋਗ ਸ਼ਖਸੀਅਤਾਂ। ਕੱਲ ਵੀ ਮੈਂ ਸਾਧ ਸੰਗਤ ਜੀ ਲਾਈਵ ਦੇਖ ਰਿਹਾ ਸੀ, ਸਤਿਕਾਰਯੋਗ ਸਿੰਘ ਸਾਹਿਬ ਭਾਈ ਗੁਰਜੰਟ ਸਿੰਘ ਜੀ ਤਖਤ ਸਾਹਿਬ ਤੋਂ ਬੇਅੰਤ ਜਥੇ ਆਏ। ਅੱਜ ਵੀ ਬੇਅੰਤ ਮਹਾਂਪੁਰਖ ਸਤਿਕਾਰਯੋਗ ਸੰਤ ਬਾਬਾ ਹਰਬੇਅੰਤ ਸਿੰਘ ਜੀ ਮਹਤੂਆਣਾ ਸਾਹਿਬ ਵਾਲੇ ਮਹਾਂਪੁਰਖ, ਸਤਿਕਾਰਯੋਗ ਸੰਤ ਬਾਬਾ ਸੁਖਦੇਵ ਸਿੰਘ ਜੀ ਸਧਾਣਾ ਸਾਹਿਬ ਵਾਲੇ। ਇਹ ਸੰਗਰੂਰ ਦੇ ਵਿੱਚ ਉਹ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਨੇ ਵਚਨ ਕੀਤਾ ਨਾ ਗੁਰਬਾਣੀ ਦੇ ਵਿੱਚ, ਪੁਰਖਣ ਤੇ ਜੋ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ। ਉਹ ਸਾਧ ਸੰਗਤ ਜੀ ਪਾਵਨ ਪਵਿੱਤਰ ਅਸਥਾਨ ਜਿੱਥੇ ਸਤਿਗੁਰੂ ਜੀ ਨੇ ਕਲਾ ਵਰਤਾਈ, ਉਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਧਾਣਾ ਸਾਹਿਬ ਜਿੱਥੋਂ ਮਹਾਂਪੁਰਖ ਪਹੁੰਚੇ ਨੇ। ਸਾਡੇ ਬਹੁਤ ਪ੍ਰੇਮ ਵਾਲੇ ਬਾਬਾ ਜਗਰੂਪ ਸਿੰਘ ਜੀ, ਬਾਬਾ ਅਨੂਪ ਸਿੰਘ ਜੀ ਮਹਾਂਪੁਰਖ ਆਏ ਨੇ। ਹੋਰ ਵੀ ਬੇਅੰਤ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਨੇ। ਸਾਧ ਸੰਗਤ ਜੀ ਸਾਡਾ ਫਰਜ਼ ਕੀ ਹੈ? ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਸਾਡੇ ਤੇ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਨੇ। ਧੰਨ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਕਥਾ ਸੁਣਨ ਨੂੰ ਮਿਲਦੀ ਹੈ ਅੱਜ ਵੀ। ਤੇ ਮਹਾਂਪੁਰਖ ਵਚਨ ਕਰਦੇ ਨੇ, ਕਹਿਣ ਲੱਗੇ ਭਾਈ ਸਭ ਤੋਂ ਵੱਡੇ ਭਾਗ ਸਿੱਖਾਂ ਦੇ ਘਰੇ ਜਨਮ ਲੈਣ ਵਾਲਿਆਂ ਦੇ ਨੇ। ਜੇ ਸਿੱਖਾਂ ਦੇ ਘਰੇ ਅਸੀਂ ਜਨਮ ਲਈਏ ਬਹੁਤ ਵੱਡੇ ਭਾਗ ਨੇ। ਤੇ ਮਹਾਂਪੁਰਖ ਫੇਰ ਕਹਿੰਦੇ ਨੇ ਜੇ ਕਿਤੇ ਉਦੋਂ ਵੀ ਵੱਡੇ ਭਾਗ ਹੋਣ ਫਿਰ ਸਾਬਤ ਸੂਰਤ ਰਹਿ ਕੇ ਸਿੱਖੀ ਕਮਾਈ ਜਾਂਦੀ ਹੈ। ਅੰਮ੍ਰਿਤਧਾਰੀ ਹੋ ਕੇ ਸਿੱਖੀ ਕਮਾਉਣ ਵਾਲਿਆਂ ਦੇ ਵੱਡੇ ਭਾਗ ਨੇ। ਉਹਨਾਂ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਜਿਹੜੇ ਗੁਰਸਿੱਖੀ ਦੇ ਪਾਤਰ ਬਣੇ ਨੇ। ਤੇ ਸਾਧ ਸੰਗਤ ਜੀ ਅੱਜ ਭਾਵੇਂ ਬਾਬਾ ਫਤਿਹ ਸਿੰਘ ਜੀ ਗੱਤਕਾ ਅਕੈਡਮੀ ਦੇ ਸਮੂਹ ਸੇਵਾਦਾਰਾਂ ਵੱਲੋਂ ਥਾਂ ਫੁਰ ਥਾਂ ਕੈਂਪ ਲਵਾਏ ਜਾਂਦੇ ਨੇ, ਜਿੱਥੇ ਗੱਤਕੇ ਦੀ ਸਿਖਲਾਈ ਤੇ ਗੁਰਮਤਿ ਸੰਬੰਧੀ ਕੈਂਪ, ਦਸਤਾਰ ਸਿਖਲਾਈ ਦੇ ਕੈਂਪ ਲਾਏ ਜਾਂਦੇ ਨੇ। ਬਹੁਤ ਵੱਡਾ ਉਪਰਾਲਾ ਹੈ। ਭਾਵੇਂ ਸਾਡੀ ਬੇਟੀ ਦੀ ਉਮਰ ਛੋਟੀ ਹੈ, ਪਰ ਸਾਧ ਸੰਗਤ ਜੀ ਉਹ ਕਾਰਜ ਪੰਥ ਦੇ ਕੀਤੇ ਨੇ। ਸਤਿਗੁਰੂ ਮਹਾਰਾਜ ਨੇ ਮਿਹਰ ਭਰਿਆ ਹੱਥ ਰੱਖਿਆ ਜਿਹੜੇ ਵੱਡੀਆਂ ਵੱਡੀਆਂ ਸੰਸਥਾਵਾਂ ਵਾਲੇ ਨਹੀਂ ਕਰ ਸਕੇ। 1500 ਬੱਚਾ 1500 ਬੱਚਾ ਉਹ ਜਿਹੜਾ ਪੱਤ ਤੋਂ ਸਿੱਖੀ ਤੋਂ ਦੂਰ ਸੀ ਉਹਨੂੰ ਜੋੜ ਦੇਣਾ। ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਕਹਿੰਦੇ ਜੋੜਨ ਜਿੱਡਾ ਪੁੰਨ ਕੋਈ ਨਹੀਂ ਤੇ ਤੋੜਨ ਜਿੱਡਾ ਪਾਪ ਕੋਈ ਨਹੀਂ। ਤੋੜਨ ਵਾਲਿਆਂ ਦੀ ਗਿਣਤੀ ਕੋਈ ਨਹੀਂ। ਅੱਜ ਜਿਹੜੇ ਤੋੜ ਰਹੇ ਨੇ ਗੁਰਮਤਿ ਗੁਰਸਿੱਖੀ ਤੋਂ ਸਰਦਾ ਭਾਵਨਾ ਸਾਡੀ ਖਤਮ ਕੀਤੀ ਜਾਂਦੀ ਹੈ। ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਤੇ ਤਰਕ ਕੀਤੀ ਜਾਂਦੀ ਹੈ। ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਤੇ ਲੋਕ ਤਰਕਾਂ ਕਰਦੇ ਨੇ। ਸਾਡੇ ਇਤਿਹਾਸ ਵੱਲ ਉਂਗਲਾਂ ਉਠਾਉਂਦੇ ਨੇ। ਕਿਤੇ ਕਹਿੰਦੇ ਨੇ ਪੰਜਾ ਸਾਹਿਬ ਦਾ ਇਤਿਹਾਸ ਕੋਈ ਨਹੀਂ, ਰੀਠਾ ਸਾਹਿਬ ਦਾ ਇਤਿਹਾਸ ਕੋਈ ਨਹੀਂ, ਕਰਾਮਾਤਾਂ ਦੇ ਨਾਲ ਜੋੜਿਆ। ਪਰ ਸਾਧ ਸੰਗਤ ਜੀ ਉਹ ਤੋੜਨ ਵਾਲੇ ਵੀ ਸਾਡੇ ਸਿੱਖਾਂ ਦੇ ਘਰੇ ਜੰਮੇ ਨੇ ਤੇ ਸਿੱਖੀ ਦਾ ਬਾਣਾ ਪਾਇਆ, ਪਰ ਜੋੜਨ ਵਾਲਿਆਂ ਦਾ ਅੰਤ ਕੋਈ ਨਹੀਂ। ਕਿੰਨੇ ਮਹਾਂਪੁਰਖ ਸਟੇਜ ਤੇ ਬੈਠੇ ਨੇ ਸਾਡੇ ਜੋੜਨ ਵਾਲੇ ਨੇ।
ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ, ਪਰ ਉਪਕਾਰ ਦੇ ਕਾਰਜ ਕੀਤੇ ਨੇ। ਐਸੇ ਸਤਿਪੁਰਖ ਨੇ ਜਿਹੜੇ ਦਿਨ ਰਾਤ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਕਿਤੇ ਅੰਮ੍ਰਿਤ ਸੰਚਾਰ ਕਰਵਾਏ ਜਾਂਦੇ ਨੇ, ਕਿਤੇ ਸਾਧ ਸੰਗਤ ਜੀ ਗੁਰਮਤਿ ਦੇ ਕੈਂਪ ਲਗਾਏ ਜਾਂਦੇ ਨੇ, ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ। ਇਹ ਪਰਮੇਸ਼ਰ ਦੇ ਪਿਆਰੇ ਹੀ ਕਰ ਸਕਦੇ ਨੇ। ਇਹਦੇ ਵੱਡੇ ਭਾਗ ਨੇ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਾਡਾ ਫਰਜ਼ ਬਣਦਾ ਹੈ ਅਸੀਂ ਸਾਰੇ ਹੀ ਜਿੱਥੇ ਚੰਗਾ ਕਾਰਜ ਕੀਤਾ ਜਾਂਦਾ ਹੈ, ਪਰਉਪਕਾਰ ਦੇ ਕਾਰਜ ਕੀਤੇ ਜਾਂਦੇ ਨੇ, ਗੁਰਮਤਿ ਦੇ ਕਾਰਜ ਕਰਨੇ ਹੋਣ, ਉੱਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸਾਰਿਆਂ ਦਾ ਸਹਿਯੋਗ ਕਰੀਏ, ਜਿਹਦੇ ਕਰਕੇ ਸਾਡੀ ਕੌਮ ਦਾ ਸਿਰ ਉੱਚਾ ਹੋਵੇ। ਤੇ ਸਾਡਾ ਸਾਰਿਆਂ ਦਾ ਫਰਜ਼ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ਣ, ਕਿਰਪਾ ਰਹਿਮਤ ਕਰਨ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣ, ਇੱਕ ਇੱਕ ਸਵਾਸ ਆਪਣੇ ਚਰਨਾਂ ਦੇ ਵਿੱਚ ਬਤੀਤ ਕਰਵਾਉਣ। ਰਹਿੰਦਾ ਸਮਾਂ ਜ਼ਿੰਦਗੀ ਦਾ ਅਸੀਂ ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਤੁਰ ਕੇ ਬਤੀਤ ਕਰੀਏ। ਇਹ ਅਰਦਾਸ ਕਰੀਏ ਕੀਤੀਆਂ ਹੋਈਆਂ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦੇ ਤੇ ਵਹ ਜਾਣ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਪਾਂ ਸਾਰੇ ਹੀ ਅਰਦਾਸ ਕਰੀਏ, ਸਤਿਗੁਰੂ ਜੀ ਦੇ ਚਰਨਾਂ 'ਚ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਅਗਲਾ ਪ੍ਰੋਗਰਾਮ ਫਿਰ ਸਾਧ ਸੰਗਤ ਜੀ ਬੇਅੰਤ ਮਹਾਂਪੁਰਖ ਆਏ ਨੇ, ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਕੀ ਅਰਦਾਸ ਕਰਦੀਆਂ ਸਤਿਗੁਰੂ ਜੀ ਦੇ ਚਰਨਾਂ 'ਚ ਕਿਸੇ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੀਬੀ ਸੂਰਤੀ ਜੀ ਅਰਦਾਸ ਕਰਦੇ ਸੀ, ਮਹਾਰਾਜ ਕਿਰਪਾ ਕਰੋ ਆਪਾਂ ਵੀ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਕਿਰਪਾ ਕਰੋ ਸਾਨੂੰ ਸਿੱਖੀ ਦੀ ਦਾਤ ਦੇ ਦਿਓ। ਜਿੱਥੇ ਸਿੱਖੀ ਦੀ ਦਾਤ ਮੰਗ ਲਈ ਉੱਥੇ ਸਾਰੇ ਕਾਰਜ ਮਨੋਰਥ ਪੂਰੇ ਹੋ ਜਾਂਦੇ ਨੇ। ਜਿਹੜਾ ਜੁੜ ਗਿਆ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ, ਫਿਰ ਸਾਧ ਸੰਗਤ ਜੀ ਸਾਰੇ ਸੁੱਖ ਹੀ ਸੁੱਖ ਨੇ। ਜਿਹੜਾ ਟੁੱਟ ਗਿਆ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਜੋਗ। ਜਿਹੜਾ ਟੁੱਟ ਗਿਆ ਸਦਾ ਦੁਖੀ ਰਹੇਗਾ, ਸੁਖੀ ਨਹੀਂ ਰਹਿ ਸਕਦਾ। ਜਿਹੜਾ ਜੁੜ ਗਿਆ ਤੇ ਮਹਾਰਾਜ ਉਹਨਾਂ ਨੂੰ ਸੁੱਖ ਬਖਸ਼ਦੇ ਨੇ। ਆਪਾਂ ਅਰਦਾਸ ਕਰੀਏ ਮਹਾਰਾਜ ਸਾਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਡੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਜੀ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, 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 ਸਾਰੇ ਪਰਿਵਾਰ ਨੂੰ ਜੀ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, 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 ਸਾਰੇ ਪਰਿਵਾਰ ਨੂੰ ਜੀ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਉਹ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਜਿਨ੍ਹਾਂ ਕੁ ਸੰਗੜਿਆਂ
ਦੁਰਮਤ ਵੰਜੈ ਕਰੋ ਸਾਜੜੇ ਹਉ ਟੰਡੇਂਦੀ ਜਗ ਸਵਾਇਆ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਡਾ ਕੀ ਫਰਜ਼ ਹੈ। ਜਿਹੜੇ ਨਗੁਰੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਹੀਂ ਮਿਲੀ ਉਹ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਨਾਲ ਜੁੜ ਕੇ ਅੰਮ੍ਰਿਤ ਧਾਰੀ ਹੋਵੋ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ।